ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਤਾਈਵਾਨ ਨੂੰ ਅਮਰੀਕੀ ਹਥਿਆਰ ਡਰੈਗਨ ਦੇ ਮਨਸੂਬਿਆਂ ਤੇ ਫਿਰੇਗਾ ਪਾਣੀ। ਫਲੋਰੀਡਾ ਦੇ ਕਲੱਬ ਵਿੱਚ ਗੋਲੀਬਾਰੀ ਦੌਰਾਨ 2 ਦੀ ਮੌਤ ਤੇ ਕਈ ਜ਼ਖਮੀ। ਬਰਾਕ ਓਬਾਮਾ ਨੂੰ ਮਿਲਿਆ ਨੈਸ਼ਨਲ ਪਾਰਕ ਸੀਰੀਜ਼ ਲਈ ਐਮੀ ਐਵਾਰਡ। ਬ੍ਰਿਟੇਨ ਨੂੰ ਮਿਲੇਗਾ ਨਵਾਂ ਪ੍ਰਧਾਨ ਮੰਤਰੀ। PM ਦੀ ਦੌੜ ਵਿੱਚ ਲਿਜ਼ ਟਰਸ ਅਤੇ ਰਿਸ਼ੀ ਸੁਨਕ। ਪਾਕਿਸਤਾਨ ਵਿੱਚ ਭਿਆਨਕ ਹੜ੍ਹ ਨੇ ਲਈ ਕਰੀਬ 1300 ਲੋਕਾਂ ਦੀ ਜਾਨ। 14 ਲੱਖ ਤੋਂ ਵਧੇਰੇ ਘਰ ਤਬਾਹ। ਹੁਣ ਖਬਰਾਂ ਦਾ ਵਿਸਥਾਰ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਨੇ ਐਲਾਨ ਕੀਤਾ ਕਿ ਉਹ ਤਾਈਵਾਨ ਨੂੰ $1 ਬਿਲੀਅਨ ਤੋਂ ਵੱਧ ਦੇ ਹਥਿਆਰ ਵੇਚੇਗਾ। ਵਿਦੇਸ਼ ਵਿਭਾਗ ਨੇ ਕਿਹਾ ਕਿ $1.09 ਬਿਲੀਅਨ ਦੇ ਹਥਿਆਰਾਂ ਦੀ ਵਿਕਰੀ ਵਿੱਚ $355 ਮਿਲੀਅਨ ਦੀ ਹਵਾ ਤੋਂ ਸਮੁੰਦਰ ਵਿੱਚ ਮਾਰ ਕਰਨ ਵਾਲੀਆਂ ਹਾਰਪੂਨ ਮਿਜ਼ਾਈਲਾਂ ਅਤੇ $85 ਮਿਲੀਅਨ ਦੀ ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਸਾਈਡ ਵਿੰਡਰ ਮਿਜ਼ਾਈਲਾਂ ਸ਼ਾਮਿਲ ਹਨ। ਹਾਲਾਂਕਿ ਹਥਿਆਰਾਂ ਦਾ ਸਭ ਤੋਂ ਵੱਡਾ ਹਿੱਸਾ ਤਾਈਵਾਨ ਦੇ ਨਿਗਰਾਨੀ ਰਡਾਰ ਪ੍ਰੋਗਰਾਮ ਲਈ $655 ਮਿਲੀਅਨ ਦਾ ਪੈਕੇਜ ਹੈ। ਇਹ ਰਡਾਰ ਪ੍ਰੋਗਰਾਮ 에ਅਰ ਡਿਫੈਂਸ ਨੂੰ ਚੇਤਾਵਨੀ ਦਿੰਦਾ ਹੈ। ਹਵਾ ਵਿੱਚ ਦੁਸ਼ਮਣ ਦੀਆਂ ਮਿਜ਼ਾਈਲਾਂ ਦੀ ਸ਼ੁਰੂਆਤੀ ਚੇਤਾਵਨੀ ਮਹੱਤਵਪੂਰਨ ਬਣ ਗਈ ਹੈ ਕਿਉਂਕਿ ਚੀਨ ਨੇ ਤਾਈਵਾਨ ਦੇ ਨੇੜੇ ਫੌਜੀ ਅਭਿਆਸਾਂ ਨੂੰ ਤੇਜ਼ ਕੀਤਾ ਹੈ। ਅਮਰੀਕਾ ਦੇ ਇਸ ਕਦਮ ਨੂੰ ਭੜਕਾਊ ਦੱਸਿਆ ਚੀਨ ਨੇ ਜਵਾਬੀ ਕਦਮ ਚੁੱਕਣ ਦੀ ਗੱਲ ਕਹੀ। ਅਮਰੀਕਾ ਦਾ ਇਹ ਕਦਮ ਚੀਨ ਦੀ ਚਿੰਤਾ ਵਧਾਉਣ ਵਾਲਾ ਹੈ। ਚੀਨ ਆਪਣੀ ਵਿਸਤਾਰਵਾਦੀ ਨੀਤੀ ਤੇ ਚੱਲਦਿਆਂ ਪੂਰੇ ਦੱਖਣੀ ਏਸ਼ੀਆ ਵਿੱਚ ਆਪਣੀ ਮੌਜੂਦਗੀ ਕਾਇਮ ਕਰਨਾ ਚਾਹੁੰਦਾ ਹੈ, ਪਰ ਹੁਣ ਚੀਨੀ ਸਰਹੱਦ ਤੋਂ ਸਿਰਫ 160 ਕਿਲੋਮੀਟਰ ਦੂਰ ਅਤ ਆਧੁਨਿਕ ਅਮਰੀਕੀ ਮਿਜ਼ਾਈਲਾਂ ਅਤੇ ਰਡਾਰ ਪ੍ਰਣਾਲੀਆਂ ਦੀ ਤਾਇਨਾਤੀ ਨਾਲ ਉਸ ਦੇ ਮਨਸੂਬਿਆਂ ਨੂੰ ਚਕਨਾਚੂਰ ਕੀਤਾ ਜਾ ਸਕਦਾ ਹੈ। ਅਮਰੀਕਾ ਚੀਨ ਵਿਚਾਲੇ ਵਧਿਆ ਤਣਾਅ। ਮੀਡੀਆ ਰਿਪੋਰਟ ਮੁਤਾਬਿਕ ਵਾਸ਼ਿੰਗਟਨ ਸਥਿਤ ਚੀਨੀ ਦੂਤਘਰ ਨੂੰ ਅਮਰੀਕਾ ਨੂੰ ਸੌਦਾ ਰੱਦ ਕਰਨ ਲਈ ਕਿਹਾ। ਦੂਤਘਰ ਦੇ ਬੁਲਾਰੇ ਲਿਊ ਪੈਂਗਯੂ ਨੇ ਕਿਹਾ ਕਿ ਇਹ ਸੌਦਾ ਵਾਸ਼ਿੰਗਟਨ ਅਤੇ ਬੀਜਿੰਗ ਵਿਚਾਲੇ ਸੰਬੰਧਾਂ ਨੂੰ ਵਿਗਾੜ ਸਕਦਾ ਹੈ। ਅਜਿਹਾ ਕਰਕੇ ਅਮਰੀਕੀ ਸਰਕਾਰ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ। ਚੀਨ ਇਸ ਦੇ ਖਿਲਾਫ ਜਵਾਬੀ ਕਦਮ ਚੁੱਕੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਅਤੇ ਤਾਈਵਾਨ ਵਿਚਾਲੇ ਇਸ ਡੀਲ ਨਾਲ ਵਾਸ਼ਿੰਗਟਨ ਅਤੇ ਬੀਜਿੰਗ ਵਿਚਾਲੇ ਤਣਾਅ ਹੋਰ ਵਧੇਗਾ। ਅਮਰੀਕਾ ਵਿੱਚ ਉੱਤਰੀ ਪੂਰਬੀ ਫਲੋਰੀਡਾ ਦੇ ਇੱਕ ਕਲੱਬ ਵਿੱਚ ਲੋਕਾਂ ਦਰਮਿਆਨ ਹੋਈ ਝੜਪ ਵਿੱਚ ਗੋਲੀ ਲੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪਲਾਟਕਾ ਫਾਇਰ ਰੈਸਕਿਊ ਨੇ ਟਵਿੱਟਰ ਤੇ ਦੱਸਿਆ ਕਿ ਵਿਕਸ ਸਪਰ ਕਲੱਬ ਵਿੱਚ ਸ਼ਨੀਵਾਰ ਰਾਤ ਗੋਲੀਬਾਰੀ ਹੋਈ। ਏਜੰਸੀ ਨੇ ਟਵੀਟ ਕਰਕੇ ਦੱਸਿਆ ਕਿ ਕਈ ਲੋਕਾਂ ਨੂੰ ਗੋਲੀਆਂ ਲੱਗੀਆਂ ਨੇ ਅਤੇ ਕਈ ਅਲਰਟ ਜਾਰੀ ਕੀਤੇ ਗਏ ਨੇ। ਕਈ 에ਅਰ ਮੈਡੀਕਲ ਹੈਲੀਕਾਪਟਰ ਤਾਇਨਾਤ ਨੇ। ਪਲਾਟਕਾ ਪੁਲਿਸ ਵਿਭਾਗ ਨੇ ਫੇਸਬੁੱਕ ਤੇ ਇੱਕ ਪੋਸਟ ਰਾਹੀਂ ਦੱਸਿਆ ਕਿ 4 ਲੋਕਾਂ ਨੂੰ ਗੋਲੀਆਂ ਲੱਗੀਆਂ ਨੇ ਅਤੇ ਇੱਕ ਵਿਅਕਤੀ ਤੇ ਕਿਸੇ ਭਾਰੀ ਵਸਤੂ ਨਾਲ ਹਮਲਾ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਗੋਲੀਆਂ ਲੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਕਲੱਬ ਦੇ ਬਾਹਰ ਇਕੱਠੇ ਇੱਕ ਵੱਡੇ ਸਮੂਹ ਦਰਮਿਆਨ ਝੜਪ ਹੋ ਗਈ, ਜਿਸ ਤੋਂ ਬਾਅਦ ਗੋਲੀਬਾਰੀ ਹੋਈ। ਇਸ ਮਾਮਲੇ ਵਿੱਚ ਤੁਰੰਤ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਨੈਟਫਲਿਕਸ ਦੀ ਦਸਤਾਵੇਜ਼ੀ ਸੀਰੀਜ਼ ਆਵਰ ਗ੍ਰੇਟ ਨੈਸ਼ਨਲ ਪਾਰਕਸ ਵਿੱਚ ਆਵਾਜ਼ ਦੇਣ ਲਈ ਸਰਵੋਤਮ ਕਹਾਣੀਕਾਰ ਲਈ ਐਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। 5 ਹਿੱਸਿਆਂ ਵਿੱਚ ਵੰਡੀ ਇਸ ਸੀਰੀਜ਼ ਵਿੱਚ ਦੁਨੀਆ ਦੇ ਮਸ਼ਹੂਰ ਰਾਸ਼ਟਰੀ ਪਾਰਕਾਂ ਨੂੰ ਦਿਖਾਇਆ ਗਿਆ। ਇਸ ਨੂੰ ਬਰਾਕ ਓਬਾਮਾ ਅਤੇ ਉਹਨਾਂ ਦੀ ਪਤਨੀ ਮਿਸ਼ੇਲ ਓਬਾਮਾ ਦੀ ਕੰਪਨੀ ਹਾਇਰ ਗਰਾਊਂਡ ਨੇ ਬਣਾਇਆ ਹੈ। ਬਰਾਕ ਓਬਾਮਾ ਅਮਰੀਕਾ ਦੇ ਦੂਜੇ ਰਾਸ਼ਟਰਪਤੀ ਹਨ ਜਿਨ੍ਹਾਂ ਨੂੰ ਐਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਡਵਾਈਟ ਡੀ ਆਈਜ਼ਨਹਾਵਰ ਨੂੰ ਸਾਲ 1956 ਵਿੱਚ ਇੱਕ ਵਿਸ਼ੇਸ਼ ਐਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਓਬਾਮਾ ਨੂੰ ਉਹਨਾਂ ਦੀਆਂ 2 ਕਿਤਾਬਾਂ ਦੇ ਆਡੀਓ ਸੰਸਕਰਣ ਲਈ ਗ੍ਰੈਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਬਰਾਕ ਓਬਾਮਾ ਨੂੰ ਆਪਣੀਆਂ ਯਾਦਾਂ ਦੀ ਐਡਿਸਿਟੀ ਆਫ ਹੋਪ ਅਤੇ ਦੀ ਪ੍ਰੋਮਿਸਡ ਲੈਂਡ ਦੇ ਆਡੀਓ ਸੰਸਕਰਣਾਂ ਲਈ ਗ੍ਰੈਮੀ ਮਿਲਿਆ ਸੀ, ਜਦੋਂ ਕਿ ਸਾਲ 2020 ਵਿੱਚ ਮਿਸ਼ੇਲ ਨੂੰ ਉਹਨਾਂ ਦੀ ਆਪਣੀ ਆਡੀਓ ਕਿਤਾਬ ਲਈ ਗ੍ਰੈਮੀ ਨਾਲ ਸਨਮਾਨਿਤ ਕੀਤਾ ਗਿਆ। ਇਸੇ ਸਮਾਰੋਹ ਵਿੱਚ ਬਲੈਕ ਪੈਂਥਰ ਸਟਾਰ ਚੈਡਵਿਕ ਬੋਸਮੈਨ ਨੂੰ ਮਰਨ ਉਪਰੰਤ ਰਚਨਾਤਮਕ ਕਲਾ ਲਈ ਐਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਇਹ ਅਵਾਰਡ ਡਿਜ਼ਨੀ ਪਲੱਸ ਸੀਰੀਜ਼ ਵਾਟ ਇਫ ਲਈ ਦਿੱਤਾ ਗਿਆ। ਹਾਲੀਵੁੱਡ ਪੱਤਰਕਾਰ ਦੇ ਅਨੁਸਾਰ ਬੋਸਮੈਨ ਦੀ ਤਰਫੋਂ ਉਹਨਾਂ ਦੀ ਪਤਨੀ ਟੇਲਰ ਸਿਮੋਨ ਲੇਡਵਰਡ ਨੇ ਸ਼ਨੀਵਾਰ ਨੂੰ ਸਮਾਰੋਹ ਵਿੱਚ ਪੁਰਸਕਾਰ ਪ੍ਰਾਪਤ ਕੀਤਾ। ਇਹ ਸਮਾਰੋਹ ਮਾਈਕਰੋਸਾਫਟ ਥੀਏਟਰ ਵਿੱਚ ਆਯੋਜਿਤ ਕੀਤਾ ਗਿਆ ਸੀ।
ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਅੱਜ ਫੈਸਲਾ ਕਰੇਗੀ ਕਿ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਵਿੱਚ ਉਸ ਦਾ ਨੇਤਾ ਕੌਣ ਹੋਵੇਗਾ ਅਤੇ 2 ਮਹੀਨਿਆਂ ਦੀ ਲੰਬੀ ਪ੍ਰਕਿਰਿਆ ਤੋਂ ਬਾਅਦ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ। ਪ੍ਰਧਾਨ ਮੰਤਰੀ ਦੇ ਅਹੁਦੇ ਦੀ ਇਸ ਦੌੜ ਵਿੱਚ ਅੰਤ ਤੱਕ ਸਿਰਫ 2 ਚਿਹਰੇ ਬਚੇ ਹਨ, ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਮੌਜੂਦਾ ਵਿਦੇਸ਼ ਮੰਤਰੀ ਲਿਜ਼ ਟਰਸ। ਅੱਜ ਸ਼ਾਮ 6 ਵਜੇ ਕੰਜ਼ਰਵੇਟਿਵ ਪਾਰਟੀ ਦੀ ਚੋਣ ਕਮੇਟੀ ਦੇ ਆਗੂ ਇਹ ਐਲਾਨ ਕਰਨਗੇ ਕਿ ਇਹਨਾਂ ਦੋਨਾਂ ਕੰਜ਼ਰਵੇਟਿਵ ਪਾਰਟੀ ਵਰਕਰਾਂ ਵਿੱਚੋਂ ਕਿਸ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਹੈ। ਬ੍ਰਿਟੇਨ ਵਿੱਚ ਹੁਣ ਤੱਕ ਕੀਤੇ ਗਏ ਸਰਵੇ ਵਿੱਚ ਸਾਹਮਣੇ ਆਇਆ ਕਿ ਲਿਜ਼ ਟਰਸ ਕੰਜ਼ਰਵੇਟਿਵ ਪਾਰਟੀ ਦੇ ਵਰਕਰਾਂ ਦੀ ਪਹਿਲੀ ਪਸੰਦ ਹੈ। ਉਸ ਨੂੰ ਰਿਸ਼ੀ ਸੁਨਕ ਖਿਲਾਫ ਕਾਫੀ बढ़त मिली है। हालांकि ਵੱਖ-ਵੱਖ ਵਾਦ-ਵਿਵਾਦ ਪ੍ਰੋਗਰਾਮਾਂ ਵਿੱਚ ਖਰਾਬ ਕਾਰਜਕਾਰੀ ਕਾਰਨ ਮਾਹਿਰਾਂ ਨੇ ਉਸ ਦੀ ਚੋਣ ਬਾਰੇ ਕੋਈ ਸਪਸ਼ਟ ਰਾਏ ਨਹੀਂ ਜ਼ਾਹਿਰ ਕੀਤੀ। ਹਾਲਾਂਕਿ ਸੁਨਕ ਨੇ ਵਾਅਦਿਆਂ ਦੇ ਮੁਤਾਬਿਕ ਉਹ ਉਹਨਾਂ ਚੋਣਾਂ ਵਿੱਚ ਪਿਛੜਦੇ ਨਜ਼ਰ ਆ ਰਹੇ ਨੇ। ਮਜ਼ੇਦਾਰ ਗੱਲ ਇਹ ਹੈ ਕਿ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਜੋ ਅੱਜ ਟਰਸ ਅਤੇ ਸੁਨਕ ਵਿੱਚੋਂ ਚੁਣੇ ਜਾਣਗੇ 6 ਸਾਲਾਂ ਵਿੱਚ ਇਸ ਦੇਸ਼ ਦੇ ਚੌਥੇ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਡੇਵਿਡ ਕੈਮਰਨ, ਥੈਰੇਸਾ ਮੇ, ਬੋਰਿਸ ਜੌਨਸਨ 2016 ਤੋਂ 2022 ਤੱਕ ਵੱਖ-ਵੱਖ ਅੰਤਰਾਲਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ ਵਿੱਚ ਅੱਗੇ ਦੱਸੀ ਜਾ ਰਹੀ ਲਿਜ਼ ਟਰਸ ਦੀ ਜ਼ਿੰਦਗੀ ਵੀ ਕਾਫੀ ਦਿਲਚਸਪ ਹੈ। ਟਰਸ ਇਸ ਸਮੇਂ ਬ੍ਰਿਟੇਨ ਦੇ ਵਿਦੇਸ਼ ਮੰਤਰੀ ਹਨ। ਇੱਕ ਸਰਕਾਰੀ ਸਕੂਲ ਵਿੱਚ ਪੜ੍ਹੀ 47 ਸਾਲਾ ਟਰਸ ਦੇ ਪਿਤਾ ਇੱਕ ਗਣਿਤ ਦੇ ਪ੍ਰੋਫੈਸਰ ਅਤੇ ਮਾਂ ਇੱਕ ਨਰਸ ਸਨ। ਇੱਕ ਮਜ਼ਦੂਰ ਪੱਖੀ ਪਰਿਵਾਰ ਤੋਂ ਆਉਣ ਵਾਲੀ ਟਰਸ ਨੇ ਆਕਸਫੋਰਡ ਤੋਂ ਦਰਸ਼ਨ, ਰਾਜਨੀਤੀ ਅਤੇ ਅਰਥ ਸ਼ਾਸਤਰ ਦਾ ਅਧਿਐਨ ਕੀਤਾ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੁਝ ਸਮਾਂ ਲੇਖਾਕਾਰ ਵਜੋਂ ਵੀ ਕੰਮ ਕੀਤਾ। ਇਸ ਤੋਂ ਬਾਅਦ ਉਹ ਰਾਜਨੀਤੀ ਵਿੱਚ ਆ ਗਈ। ਉਹ ਕਾਉਂਸਲਰ ਵਜੋਂ ਪਹਿਲੀ ਚੋਣ ਜਿੱਤੀ। ਪਰਿਵਾਰ ਲੇਬਰ ਪਾਰਟੀ ਦਾ ਸਮਰਥਕ ਸੀ, ਪਰ ਟਰਸ ਨੂੰ ਕੰਜ਼ਰਵੇਟਿਵ ਪਾਰਟੀ ਦੀ ਵਿਚਾਰਧਾਰਾ ਪਸੰਦ ਸੀ। ਟਰਸ ਨੂੰ ਸੱਜੇ ਵਿੰਗ ਦਾ ਕੱਟੜ ਸਮਰਥਕ ਮੰਨਿਆ ਜਾਂਦਾ ਹੈ। ਟਰਸ ਪਹਿਲੀ ਵਾਰ 2010 ਵਿੱਚ ਸੰਸਦ ਮੈਂਬਰ ਚੁਣੀ ਗਈ। ਟਰਸ ਸ਼ੁਰੂ ਵਿੱਚ ਯੂਰਪੀਅਨ ਯੂਨੀਅਨ ਛੱਡਣ ਦੇ ਮੁੱਦੇ ਤੇ ਖਿਲਾਫ ਸੀ, ਹਾਲਾਂਕਿ ਬਾਅਦ ਵਿੱਚ ਬੋਰਿਸ ਜੌਨਸਨ ਦੇ ਸਮਰਥਨ ਵਿੱਚ ਸਾਹਮਣੇ ਆਇਆ ਜੋ ਬ੍ਰੈਗਜ਼ਿਟ ਦੇ ਨਾਇਕ ਵਜੋਂ ਉਭਰਿਆ। ਬ੍ਰਿਟਿਸ਼ ਮੀਡੀਆ ਅਕਸਰ ਉਹਨਾਂ ਦੀ ਤੁਲਨਾ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨਾਲ ਕਰਦਾ ਹੈ। ਰਿਸ਼ੀ ਸੁਨਕ ਦਾ ਜਨਮ 12 ਮਈ 1980 ਨੂੰ ਸਾਊਥਹੈਂਪਟਨ UK ਵਿੱਚ ਹੋਇਆ ਸੀ। ਉਹਨਾਂ ਦੀ ਮਾਤਾ ਦਾ ਨਾਂ ਊਸ਼ਾ ਸੁਨਕ ਅਤੇ ਪਿਤਾ ਦਾ ਨਾਂ ਯਸ਼ਵੀਰ ਸੁਨਕ ਸੀ। ਉਹ 3 ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹੈ। ਉਸ ਦੇ ਦਾਦਾ ਦਾਦੀ ਪੰਜਾਬ ਤੋਂ ਸਨ। 1960 ਵਿੱਚ ਉਹ ਆਪਣੇ ਬੱਚਿਆਂ ਨਾਲ ਪੂਰਬੀ ਅਫਰੀਕਾ ਚਲੇ ਗਏ। ਬਾਅਦ ਵਿੱਚ ਉਹਨਾਂ ਦਾ ਪਰਿਵਾਰ ਇੱਥੋਂ ਇੰਗਲੈਂਡ ਸ਼ਿਫਟ ਹੋ ਗਿਆ। ਉਦੋਂ ਤੋਂ ਸੁਨਕ ਦਾ ਪੂਰਾ ਪਰਿਵਾਰ ਇੰਗਲੈਂਡ ਵਿੱਚ ਰਹਿੰਦਾ ਹੈ। ਰਿਸ਼ੀ ਦਾ ਵਿਆਹ ਭਾਰਤ ਦੇ ਸਭ ਤੋਂ ਵੱਡੇ ਉਦਯੋਗਪਤੀਆਂ ਵਿੱਚੋਂ ਇੱਕ ਇਨਫੋਸਿਸ ਦੇ ਸੰਸਥਾਪਕ ਨਾਰਾਇਣ ਮੂਰਤੀ ਦੀ ਧੀ ਅਕਸ਼ਾ ਮੂਰਤੀ ਨਾਲ ਹੋਇਆ ਹੈ। ਸੁਨਕ ਅਤੇ ਅਕਸ਼ਾ ਦੀਆਂ 2 ਬੇਟੀਆਂ ਹਨ। ਉਹਨਾਂ ਦੀਆਂ ਬੇਟੀਆਂ ਦੇ ਨਾਂ ਅਨੁਸ਼ਕਾ ਸੁਨਕ ਅਤੇ ਕ੍ਰਿਸ਼ਨਾ ਸੁਨਕ ਹਨ। ਰਿਸ਼ੀ ਸੁਨਕ ਨੇ 2014 ਵਿੱਚ ਪਹਿਲੀ ਵਾਰ ਰਾਜਨੀਤੀ ਵਿੱਚ ਐਂਟਰੀ ਕੀਤੀ ਸੀ। 2015 ਵਿੱਚ ਉਸ ਨੇ ਰਿਚਮੰਡ ਤੋਂ ਚੋਣ ਲੜੀ ਅਤੇ ਜਿੱਤੀ। 2017 ਵਿੱਚ ਉਸ ਨੇ ਇੱਕ ਵਾਰ ਫਿਰ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ 13 ਫਰਵਰੀ 2020 ਨੂੰ ਉਹਨਾਂ ਨੂੰ ਇੰਗਲੈਂਡ ਦਾ ਵਿੱਤ ਮੰਤਰੀ ਬਣਾਇਆ ਗਿਆ। ਉਸੇ ਸਾਲ ਜਦੋਂ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਤੇ ਹਰ ਤਰ੍ਹਾਂ ਦੇ ਦੋਸ਼ ਲੱਗੇ ਤਾਂ ਰਿਸ਼ੀ ਸੁਨਕ ਨੇ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਜੌਨਸਨ ਕੈਬਨਿਟ ਦੇ ਕਈ ਮੰਤਰੀਆਂ ਨੇ ਲਗਾਤਾਰ ਅਸਤੀਫੇ ਦਿੱਤੇ। ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੋਹਲੇਤਾਰ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਘੱਟੋ-ਘੱਟ 26 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਵੱਲੋਂ ਸ਼ਨੀਵਾਰ ਸ਼ਾਮ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ ਦੇਸ਼ ਭਰ ਵਿੱਚ ਹੜ੍ਹ ਨਾਲ ਸੰਬੰਧਿਤ ਵੱਖ-ਵੱਖ ਹਾਦਸਿਆਂ ਵਿੱਚ ਆਪਣੀ ਜਾਨ ਗਵਾਉਣ ਵਾਲਿਆਂ ਵਿੱਚ ਘੱਟੋ-ਘੱਟ 12 ਬੱਚੇ ਅਤੇ 3 ਔਰਤਾਂ ਸ਼ਾਮਿਲ ਹਨ। NDMA ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਜੂਨ ਦੇ ਅੱਧ ਤੋਂ ਹੁਣ ਤੱਕ ਇਸ ਸੀਜ਼ਨ ਦੇ ਮਾਨਸੂਨ ਦੇ ਮੀਂਹ ਅਤੇ ਹੜ੍ਹਾਂ ਨਾਲ ਪਾਕਿਸਤਾਨ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 1290 ਹੋ ਗਈ ਹੈ ਅਤੇ ਨਾਲ ਹੀ 12588 ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਮੀਂਹ ਨਾਲ ਸੰਬੰਧਿਤ ਘਟਨਾਵਾਂ ਵਿੱਚ 14,68,019 ਘਰ ਤਬਾਹ ਹੋ ਗਏ ਹਨ, ਜਦਕਿ 7,36,459 ਜਾਨਵਰਾਂ ਦੀ ਵੀ ਮੌਤ ਹੋ ਗਈ ਹੈ। ਵਿਨਾਸ਼ਕਾਰੀ ਹੜ੍ਹ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਸਹਾਇਤਾ ਉਪਲਬਧ ਕਰਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਇਸ ਨੂੰ ਯਕੀਨੀ ਬਣਾਉਣ ਕਿ ਦੇਸ਼ ਨੂੰ ਸਹਾਇਤਾ ਕਰਨ ਦਾ ਉਹਨਾਂ ਦਾ ਸੰਕਲਪ ਦ੍ਰਿੜ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਨੂੰ ਮੰਗੋਲੀਆ ਅਤੇ ਜਾਪਾਨ ਦੀ 5 ਦਿਨੀ ਯਾਤਰਾ ਤੇ ਰਵਾਨਾ ਹੋਣਗੇ। ਇਸ ਯਾਤਰਾ ਦਾ ਉਦੇਸ਼ ਖੇਤਰੀ ਸੁਰੱਖਿਆ ਦੇ ਹਾਲਾਤ ਅਤੇ ਗਲੋਬਲ ਭੂ ਰਾਜਨੀਤਿਕ ਵਿੱਚ ਉਥਲ-ਪੁਥਲ ਦਰਮਿਆਨ ਦੋਵਾਂ ਦੇਸ਼ਾਂ ਨਾਲ ਭਾਰਤ ਦੇ ਰਣਨੀਤਕ ਅਤੇ ਰੱਖਿਆ ਸੰਬੰਧਾਂ ਦਾ ਵਿਸਤਾਰ ਕਰਨਾ ਹੈ। ਸਿੰਘ 5 ਤੋਂ 7 ਸਤੰਬਰ ਤੱਕ ਮੰਗੋਲੀਆ ਦੀ ਯਾਤਰਾ ਤੇ ਰਹਿਣਗੇ। ਇਹ ਕਿਸੇ ਭਾਰਤੀ ਰੱਖਿਆ ਮੰਤਰੀ ਵੱਲੋਂ ਇਸ ਪੂਰਬੀ ਏਸ਼ੀਆਈ ਦੇਸ਼ ਦੀ
ਪਹਿਲੀ ਯਾਤਰਾ ਹੋਵੇਗੀ। ਪੂਰੀ ਘਟਨਾ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਐਤਵਾਰ ਨੂੰ ਦੱਸਿਆ ਕਿ ਜਾਪਾਨ ਵਿੱਚ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਆਪਣੀ ਜਾਪਾਨੀ ਹਮ ਰੁਤਬਿਆਂ ਨਾਲ 2+2 ਫਾਰਮੈਟ ਵਿੱਚ ਵਿਦੇਸ਼ ਅਤੇ ਰੱਖਿਆ ਮੰਤਰੀ ਪੱਧਰ ਦੀ ਗੱਲਬਾਤ ਕਰਨਗੇ। ਉਹਨਾਂ ਦੱਸਿਆ ਕਿ ਮੰਗੋਲੀਆ ਤੋਂ ਰੱਖਿਆ ਮੰਤਰੀ 2 ਦਿਨੀ ਯਾਤਰਾ ਤੇ ਜਾਪਾਨ ਜਾਣਗੇ। ਉਹ 8 ਅਤੇ 9 ਸਤੰਬਰ ਨੂੰ ਜਾਪਾਨ ਵਿੱਚ ਹੋਣਗੇ। ਉਹ ਜਾਪਾਨ ਨਾਲ 2+2 ਫਾਰਮੈਟ ਵਿੱਚ 8 ਸਤੰਬਰ ਨੂੰ ਹੋਣ ਵਾਲੀ ਗੱਲਬਾਤ ਵਿੱਚ ਸ਼ਾਮਿਲ ਹੋਣਗੇ। ਇਹ ਗੱਲਬਾਤ ਜਾਪਾਨ ਦੇ ਪ੍ਰਧਾਨ ਮੰਤਰੀ ਫਿਊਮੀਓ ਕਿਸ਼ਿਦਾ ਦੇ ਸਾਲਾਨਾ ਭਾਰਤ ਜਾਪਾਨ ਸਿਖਰ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਨਵੀਂ ਦਿੱਲੀ ਆਉਣ ਦੇ ਕਰੀਬ 5 ਮਹੀਨੇ ਬਾਅਦ ਹੋ ਰਿਹਾ ਹੈ। ਨਵੀਂ ਦਿੱਲੀ ਵਿੱਚ ਹੋਏ ਇਸ ਸੰਮੇਲਨ ਵਿੱਚ ਕਿਸ਼ਿਦਾ ਨੇ ਅਗਲੇ 5 ਸਾਲ ਦੌਰਾਨ ਭਾਰਤ ਵਿੱਚ 5 ਟ੍ਰਿਲੀਅਨ ਯੇਨ ਕਰੀਬ 3,20,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਟੀਚਾ ਐਲਾਨ ਕੀਤਾ ਸੀ। ਅਫਗਾਨਿਸਤਾਨ ਦੇ ਦੱਖਣੀ ਸੂਬੇ ਹੇਲਮੰਦ ਦੇ ਨਾਦ ਅਲੀ ਜ਼ਿਲ੍ਹੇ ਵਿੱਚ ਇੱਕ ਵਿਸਫੋਟਕ ਉਪਕਰਨ ਦੇ ਫਟਣ ਕਾਰਨ 3 ਬੱਚਿਆਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਸੂਬਾਈ ਪੁਲਿਸ ਦੇ ਬੁਲਾਰੇ ਅਹਿਮਦ ਜਾਨ ਨੇ ਦੱਸਿਆ ਕਿ ਧਮਾਕਾ ਸ਼ਨੀਵਾਰ ਦੁਪਹਿਰ ਹੀਵਾਦ ਬਾਜ਼ਾਰ ਇਲਾਕੇ ਵਿੱਚ ਹੋਇਆ, ਜਿਸ ਵਿੱਚ 3 ਬੱਚਿਆਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਅਧਿਕਾਰੀ ਨੇ ਹੋਰ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਪੀੜਿਤ ਇੱਕ ਧਾਰਮਿਕ ਸਕੂਲ ਦੇ ਵਿਦਿਆਰਥੀ ਸਨ। ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਯਾਨੀ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਪੱਛਮੀ ਸੂਬੇ ਹੈਰਾਤ ਵਿੱਚ ਇੱਕ ਮਸਜਿਦ ਵਿੱਚ ਹੋਏ ਧਮਾਕੇ ਵਿੱਚ ਇੱਕ ਪ੍ਰਸਿੱਧ ਮੌਲਵੀ ਸਮੇਤ 18 ਲੋਕਾਂ ਦੀ ਮੌਤ ਹੋ ਗਈ ਸੀ ਅਤੇ 23 ਹੋਰ ਜ਼ਖਮੀ ਹੋ ਗਏ ਸਨ। ਚੀਨ ਨੇ ਇੱਕ ਵਾਰ ਫਿਰ ਦਲਾਈ ਲਾਮਾ ਦਾ ਉੱਤਰਾਧਿਕਾਰੀ ਚੁਣਨ ਨੂੰ ਲੈ ਕੇ ਵਿਵਾਦ ਖੜਾ ਕਰ ਦਿੱਤਾ ਹੈ। ਚੀਨੀ ਕਮਿਊਨਿਸਟ ਪਾਰਟੀ ਦੀ ਸਰਕਾਰ ਅਗਲੇ ਦਲਾਈ ਲਾਮਾ ਦੀ ਚੋਣ ਵਿੱਚ ਅੰਤਿਮ ਅਧਿਕਾਰ ਦੇ ਆਪਣੇ ਦਾਅਵੇ ਤੇ ਕਾਇਮ ਹੈ। ਇਸ ਦੌਰਾਨ ਚੀਨ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਦੇ ਅਗਲੇ ਉੱਤਰਾਧਿਕਾਰੀ ਵਜੋਂ 14ਵੇਂ ਦਲਾਈ ਲਾਮਾ ਤੇਨਜਿਨ ਗਿਆਤਸੋ ਨੂੰ ਚੁਣਨ ਦਾ ਪੂਰਾ ਅਧਿਕਾਰ ਉਸ ਕੋਲ ਹੈ। ਪਰ ਚੀਨ ਦਾ ਦਾਅਵਾ ਅਮਰੀਕਾ ਤਿੱਬਤ ਨੀਤੀ ਦੇ ਉਲਟ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਦਲਾਈ ਲਾਮਾ ਦੇ ਉੱਤਰਾਧਿਕਾਰੀ ਦੀ ਚੋਣ ਤਿੱਬਤੀਆਂ ਦੇ ਹੱਥ ਵਿੱਚ ਹੈ। ਤਿੱਬਤ ਦੇ ਮੌਜੂਦਾ ਦਲਾਈ ਲਾਮਾ ਤੇਨਜਿਨ ਗਿਆਤਸੋ ਹਨ। ਉਹਨਾਂ ਨੂੰ ਉੱਤਰਾਧਿਕਾਰੀ ਵਜੋਂ ਉਦੋਂ ਚੁਣਿਆ ਗਿਆ ਸੀ ਜਦੋਂ ਉਹ 2 ਸਾਲ ਦੇ ਸਨ। ਤਿੱਬਤ ਤੇ ਚੀਨ ਦੇ ਕਬਜ਼ੇ ਤੋਂ ਬਾਅਦ ਉਹਨਾਂ ਨੂੰ ਭਾਰਤ ਨੂੰ ਆਉਣਾ ਪਿਆ। ਉਦੋਂ ਤੋਂ ਉਹ ਹਮੇਸ਼ਾ ਚੀਨ ਦੇ ਨਿਸ਼ਾਨੇ ਤੇ ਰਹੇ ਹਨ। ਚੀਨੀ ਅਧਿਕਾਰੀਆਂ ਨੇ ਹੁਣ ਇਹ ਫੈਸਲਾ ਕਰ ਲਈ ਕਿ ਅਗਲਾ ਦਲਾਈ ਲਾਮਾ ਕਿਵੇਂ ਚੁਣਿਆ ਜਾਵੇ। ਇੱਕ ਆਦੇਸ਼ ਪਾਸ ਕੀਤਾ ਕਿ ਇਹਨਾਂ ਵਿੱਚੋਂ 1 ਸਤੰਬਰ 2007 ਦਾ ਆਦੇਸ਼ ਆਰਡਰ ਨੰਬਰ 5 ਹੈ, ਜੋ ਤਿੱਬਤੀ ਬੁੱਧ ਧਰਮ ਵਿੱਚ ਜਿਉਂਦੇ ਬੁੱਧਾਂ ਦੇ ਪੁਨਰ ਜਨਮ ਦੇ ਪ੍ਰਬੰਧਨ ਲਈ ਉਪਾਵਾਂ ਦੀ ਰੂਪਰੇਖਾ ਦਰਸਾਉਂਦਾ ਹੈ। ਇਸ ਆਦੇਸ਼ ਦੇ ਅਨੁਸਾਰ ਚੀਨ ਦੇ ਸਾਰੇ ਬੋਧੀ ਮੰਦਰਾਂ ਨੂੰ ਪੁਨਰ ਜਨਮ ਲਾਮਾ ਨੂੰ ਮਾਨਤਾ ਦੇਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਅਗਲੇ ਦਲਾਈ ਲਾਮਾ ਲਈ ਪੁਨਰ ਜਨਮ ਦੀ ਅਰਜ਼ੀ ਨੂੰ ਪਹਿਲਾਂ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਚੀਨੀ ਰਾਜ ਨੇ ਆਪਣੇ ਆਪ ਨੂੰ ਇਸ ਮਾਮਲੇ ਵਿੱਚ ਅੰਤਿਮ ਵਿਚੋਲਾ ਬਣਾਇਆ ਕਿ ਕੀ ਲਾਮਾ ਦਾ ਪੁਨਰ ਜਨਮ ਹੋਇਆ ਜਾਂ ਨਹੀਂ, ਜਿਸ ਕਾਰਨ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਦੇਸ਼ ਵਿਦੇਸ਼ ਵਿੱਚ ਤਿੱਬਤੀ ਨਿਰਾਸ਼ ਹਨ। ਪੁਨਰ ਜਨਮ ਇੱਕ ਵਿਸ਼ਵਾਸ ਪ੍ਰਣਾਲੀ ਹੈ ਜੋ ਤਿੱਬਤ ਵਿੱਚ ਪ੍ਰਚਲਿਤ ਹੈ। ਇਸ ਦੇ ਅਨੁਸਾਰ ਇੱਕ ਉੱਚ ਲਾਮਾ ਆਪਣੇ ਪੁਨਰ ਨਿਰਵਾਣ ਤੋਂ ਬਾਅਦ ਇੱਕ ਮਨੁੱਖ ਦੇ ਤੌਰ ਤੇ ਜਨਮ ਲੈਂਦਾ ਹੈ, ਜਿਸ ਦਾ ਅਰਥ ਹੈ ਕਿ ਸੰਸਾਰ ਕਰਮ ਅਤੇ ਪੁਨਰ ਜਨਮ ਤੋਂ ਮੁਕਤ ਹੋਣਾ। ਰੂਸ ਤੇ ਯੂਕਰੇਨ ਸੰਘਰਸ਼ ਤੋਂ ਬਾਅਦ ਪੂਰਬੀ ਯੂਰਪ ਵਿੱਚ ਫਸੇ ਬੰਗਲਾਦੇਸ਼ੀ ਵਿਦਿਆਰਥੀਆਂ ਨੂੰ ਬਚਾਉਣ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਦੀ ਜੰਮ ਕੇ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਹਸੀਨਾ ਨੇ ਮੋਦੀ ਸਰਕਾਰ ਦੇ ਵੈਕਸੀਨ ਮੈਤਰੀ ਪ੍ਰੋਗਰਾਮ ਦੀ ਵੀ ਤਾਰੀਫ ਕੀਤੀ ਹੈ, ਜਿਸ ਤਹਿਤ ਗੁਆਂਢੀ ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਮੁਹੱਈਆ ਕਰਵਾਈ ਗਈ ਸੀ। ਹਸੀਨਾ ਨੇ ਦੋਹਾਂ ਗੁਆਂਢੀਆਂ ਦਰਮਿਆਨ ਨਜ਼ਦੀਕੀ ਸਹਿਯੋਗ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਮਤਭੇਦ ਹੋ ਸਕਦੇ ਹਨ, ਪਰ ਇਸ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਕਈ ਖੇਤਰਾਂ ਵਿੱਚ ਭਾਰਤ ਅਤੇ ਬੰਗਲਾਦੇਸ਼ ਨੇ ਬਿਲਕੁਲ ਅਜਿਹਾ ਹੀ ਕੀਤਾ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਸਮਰਥਨ ਨਾਲ ਬੰਗਲਾਦੇਸ਼ੀ ਨਾਗਰਿਕਾਂ ਨੂੰ ਮਦਦ ਮਿਲੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਬੰਗਲਾਦੇਸ਼ੀ ਵਿਦਿਆਰਥੀਆਂ ਨੂੰ ਯੁੱਧਗ੍ਰਸਤ ਯੂਕਰੇਨ ਚੋਂ ਬਾਹਰ ਕੱਢਣ ਲਈ ਸਾਡੀ ਬਹੁਤ ਮਦਦ ਕੀਤੀ। ਹਸੀਨਾ ਨੇ ਕਿਹਾ, ਮੈਂ ਸੱਚਮੁੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਉਹਨਾਂ ਨੇ ਰੂਸ ਅਤੇ ਯੂਕਰੇਨ ਵਿਚਾਲੇ ਇਸ ਜੰਗ ਦੌਰਾਨ ਸਾਡੇ ਕਈ ਵਿਦਿਆਰਥੀਆਂ ਨੂੰ ਭਾਰਤੀ ਵਿਦਿਆਰਥੀਆਂ ਦੇ ਨਾਲ ਹੀ ਉੱਥੋਂ ਕੱਢਣ ਵਿੱਚ ਮਦਦ ਕੀਤੀ। ਤੁਸੀਂ ਸਮੇਂ ਤੇ ਦੋਸਤੀ ਦਿਖਾਈ। ਮੈਂ ਇਸ ਪਹਿਲ ਕਦਮੀ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦੀ ਹਾਂ। ਉਹਨਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਭਾਰਤ ਸਰਕਾਰ ਵੱਲੋਂ ਚਲਾਏ ਗਏ ਵੈਕਸੀਨ ਮੈਤਰੀ ਪ੍ਰੋਗਰਾਮ ਦੀ ਵੀ ਸ਼ਲਾਘਾ ਕੀਤੀ। ਸ਼ੇਖ ਹਸੀਨਾ ਨੇ ਕਿਹਾ, ਦਰਅਸਲ ਮੈਂ ਇਸ ਪਹਿਲ ਕਦਮੀ ਲਈ ਪ੍ਰਧਾਨ ਮੰਤਰੀ ਮੋਦੀ ਦਾ ਦਿਲੋਂ ਧੰਨਵਾਦ ਕਰਦੀ ਹਾਂ। ਉਹਨਾਂ ਨੇ ਨਾ ਸਿਰਫ ਬੰਗਲਾਦੇਸ਼ ਨੂੰ ਸਗੋਂ ਕੁਝ ਦੱਖਣੀ ਏਸ਼ੀਆਈ ਦੇਸ਼ਾਂ ਨੂੰ ਵੀ ਟੀਕੇ ਦਿੱਤੇ। ਇਹ ਸੱਚਮੁੱਚ ਬਹੁਤ ਮਦਦਗਾਰ ਸੀ।
ਇਹ ਸੱਚਮੁੱਚ ਇੱਕ ਵਿਵੇਕਪੂਰਨ ਪਹਿਲ ਹੈ। ਇਸ ਤੋਂ ਇਲਾਵਾ ਵੀ ਅਸੀਂ ਆਪਣੇ ਪੈਸਿਆਂ ਨਾਲ ਭਾਰਤ ਤੋਂ ਟੀਕੇ ਖਰੀਦੇ। शेख हसीना ने अपने देश के टीकाकरण प्रोग्राम बारे भी जानकारी दी। बांग्लादेश ने अपनी 90% आबादी को कोविड-19 के टीके दिते हैं। शेख हसीना ने भारत को सच्चा दोस्त कहा। उन्होंने कहा कि भारत हमेशा लोड़ वेले बांग्लादेश के नाल खड़ा है। उन्होंने कहा असी हमेशा 1971 की जंग दौरान भारत के योगदान को हमेशा याद रखते हैं। इस तो इलावा 1975 ਵਿੱਚ ਜਦੋਂ ਅਸੀਂ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਗਵਾ ਦਿੱਤਾ ਤਾਂ ਤਤਕਾਲੀ ਪ੍ਰਧਾਨ ਮੰਤਰੀ ਨੇ ਸਾਨੂੰ ਭਾਰਤ ਵਿੱਚ ਪਨਾਹ ਦਿੱਤੀ। ਨੇਪਾਲ ਦੇ ਪੋਖਰਾ ਹਵਾਈ ਅੱਡੇ ਤੋਂ ਚਾਲਕ ਦਲ ਸਮੇਤ 22 ਯਾਤਰੀਆਂ ਨੂੰ ਲੈ ਕੇ ਪਹਾੜੀ ਜ਼ਿਲ੍ਹੇ ਮੁਤਤਾਂਗ ਨੂੰ ਜਾ ਰਹੇ ਇੱਕ ਯਾਤਰੀ ਜਹਾਜ਼ ਦੀ ਐਤਵਾਰ ਨੂੰ ਉਡਾਨ ਭਰਨ ਤੋਂ ਕੁਝ ਮਿੰਟ ਬਾਅਦ ਉਸੇ ਹਵਾਈ ਅੱਡੇ ਵਿੱਚ ਮੁੜ ਐਮਰਜੈਂਸੀ ਲੈਂਡਿੰਗ ਕੀਤੀ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ। ਪੋਖਰਾ ਹਵਾਈ ਅੱਡੇ ਦੇ ਸੂਚਨਾ ਅਧਿਕਾਰੀ ਦੇਵਰਾਜ ਚਾਲੀਸ ਨੇ ਦੱਸਿਆ ਨੇਪਾਲ ਵਿੱਚ ਇੱਕ ਨਿੱਜੀ ਉਡਾਨ ਸੇਵਾ ਪ੍ਰਦਾਤਾ ਸਮਿਟ 에ਅਰ ਦੁਆਰਾ ਸੰਚਾਲਿਤ ਜਹਾਜ਼ ਨੇ ਤਕਰੀਬਨ ਖਰਾਬੀ ਕਾਰਨ ਸਵੇਰੇ 8 ਵਜੇ NST ਐਮਰਜੈਂਸੀ ਲੈਂਡਿੰਗ ਕੀਤੀ। 40 ਨੇ ਅੱਗੇ ਕਿਹਾ ਇੰਜਨ ਵਿੱਚ ਤਕਨੀਕੀ ਖਰਾਬੀ ਕਾਰਨ ਜਹਾਜ਼ ਨੂੰ ਪੋਖਰਾ ਹਵਾਈ ਅੱਡੇ ਤੇ ਵਾਪਸ ਮੋੜ ਦਿੱਤਾ ਗਿਆ ਸੀ। ਇਹ ਹਵਾਈ ਉਡਾਨ ਭਰਨ ਤੋਂ ਬਾਅਦ 7 ਮਿੰਟ ਦੇ ਅੰਦਰ ਵਾਪਸ ਹਵਾਈ ਅੱਡੇ ਤੇ ਵਾਪਸ ਆ ਗਿਆ। ਪਾਇਲਟ ਨੇ ਸੰਕੇਤ ਵਿੱਚ ਕੁਝ ਸਮੱਸਿਆਵਾਂ ਦੱਸੀਆਂ ਅਤੇ ਸਿੰਗਲ ਇੰਜਨ ਦੀ ਮਦਦ ਨਾਲ ਲੈਂਡਿੰਗ ਕੀਤੀ। ਇਸ ਮੁੱਦੇ ਦੀ ਜਾਂਚ ਚੱਲ ਰਹੀ ਹੈ। ਅਧਿਕਾਰੀ ਮੁਤਾਬਿਕ ਜਹਾਜ਼ ਸਵੇਰੇ 8:06 ਤੇ ਰਨਵੇ ਤੇ ਵਾਪਸ ਆ ਗਿਆ ਸੀ। ਜਹਾਜ਼ ਵਿੱਚ 18 ਯਾਤਰੀ ਅਤੇ ਚਾਲਕ ਦਲ ਦੇ 4 ਮੈਂਬਰ ਸਵਾਰ ਸਨ। ਇਸ ਤੋਂ ਪਹਿਲਾਂ ਮਈ ਵਿੱਚ ਤਾਰਾ 에ਅਰ ਦਾ ਯਾਤਰੀ ਜਹਾਜ਼ ਪਹਾੜੀ ਖੇਤਰ ਵਿੱਚ ਕ੍ਰੈਸ਼ ਹੋ ਗਿਆ ਸੀ, ਜਿਸ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ। ਜਹਾਜ਼ 30 ਮਈ ਨੂੰ 22 ਲੋਕਾਂ ਦੇ ਨਾਲ ਰਡਾਰ ਤੋਂ ਬਾਹਰ ਹੋ ਗਿਆ ਸੀ ਅਤੇ ਇੱਕ ਦਿਨ ਬਾਅਦ ਟੁਕੜਿਆਂ ਵਿੱਚ ਮਿਲਿਆ ਸੀ। ਭਾਰਤ ਵਿੱਚ ਰੂਸ ਦੇ ਰਾਜਦੂਤ ਡੈਨਿਸ ਐਲੀਪੋਵ ਨੇ ਕਿਹਾ ਕਿ 3 ਮੁਲਕੀ ਰੂਸ, ਭਾਰਤ, ਚੀਨ RIC ਸਮੂਹ ਵਿੱਚ ਇੱਕ ਦੂਜੇ ਨਾਲ ਸਹਿਯੋਗ ਲਈ ਕਮਾਲ ਦੀ ਸਮਰੱਥਾ ਹੈ ਅਤੇ ਇਹ ਨਵੀਂ ਦਿੱਲੀ ਤੇ ਪੇਚਿੰਗ ਦਰਮਿਆਨ ਉਸਾਰੂ ਸੰਵਾਦ ਦੇ ਪ੍ਰਚਾਰ ਪ੍ਰਸਾਰ ਲਈ ਮਦਦਗਾਰ ਚੌਖਟਾ ਸਾਬਤ ਹੋ ਸਕਦਾ ਹੈ। ਰਾਜਦੂਤ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਕਿ ਕੁਝ ਹੋਰਨਾਂ ਤਾਕਤਾਂ ਦੀਆਂ ਨੀਤੀਆਂ ਦੇ ਮੁਕਾਬਲੇ ਇਸ 3 ਮੁਲਕੀ ਸਮੂਹ ਦੀ ਪਹੁੰਚ ਬਿਲਕੁਲ ਵੱਖਰੀ ਹੈ। ਐਲੀਪੋਵ ਨੇ ਕਿਹਾ ਕਿ ਭਾਰਤ ਤੇ ਚੀਨ ਕੁਝ ਮਸਲਿਆਂ ਨੂੰ ਲੈ ਕੇ ਇੱਕ ਦੂਜੇ ਨਾਲ ਇਤਫਾਕ ਨਹੀਂ ਰੱਖਦੇ, ਪਰ ਇਹ ਹੋਰ ਤਾਕਤਾਂ ਆਪਣੀਆਂ ਨੀਤੀਆਂ ਦੀ ਮਿੱਥ ਕੇ ਦੁਰਵਰਤੋਂ ਕਰਦੀਆਂ ਹਨ। रूसी राजदूत ने अमरीका की अगवाई वाली हिंद प्रशांत पहलकदमी की भी नुकताचीनी की थी। एलिपोव ने कहा कि यह चीन नूं घेरन नाल जुड़ी नीति का हिस्सा है। राजदूत ने हालांकि क्वाड विच भारत वालों वंड पाऊ बयानों नूं लैके लए स्टैंड की शलाघा की। राजदूत ने कहा 3 मुल्की समूह रिक करके खित्ते विच आपसी समझ, विश्वास ते स्थिरता वधी है ते ये मैंबर मुल्कां विच सहयोग ते तालमेल वधाउण विच होर योगदान पा सकता है। एलिपोव ने कहा यकीनी तौर पर रूस ਲਈ ਇਹ ਤਰਜੀਹੀ ਫਰਮਾਨ ਹੈ ਤੇ ਸਾਡਾ ਮੰਨਣਾ ਹੈ ਕਿ ਇਹ ਨਵੀਂ ਦਿੱਲੀ ਤੇ ਪੇਚਿੰਗ ਦਰਮਿਆਨ ਉਸਾਰੂ ਗੱਲਬਾਤ ਦੇ ਪ੍ਰਚਾਰ ਪ੍ਰਸਾਰ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ। ਕਾਬਿਲ ਗੌਰ ਹੈ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਟਕਰਾਅ ਵਾਲੇ ਕਈ ਖੇਤਰਾਂ ਵਿੱਚ ਅਜੇ ਵੀ ਤਲਖੀ ਬਣੀ ਹੋਈ ਹੈ। ਭਾਰਤ ਅਤੇ ਅਮਰੀਕਾ ਦਰਮਿਆਨ ਦੁਵੱਲੀ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਖੁੱਲ੍ਹੇ ਮੌਕਲੇ ਤੇ ਸੁਰੱਖਿਅਤ ਹਿੰਦ ਪ੍ਰਸ਼ਾਂਤ ਖਿੱਤੇ ਦੀ ਹਿਮਾਇਤ ਲਈ ਸਹਿਯੋਗ ਵਧਾਉਣ ਦੇ ਢੰਗ ਤਰੀਕਿਆਂ ਤੇ ਚਰਚਾ ਲਈ ਉੱਚ ਪੱਧਰੀ ਅਮਰੀਕੀ ਵਫਦ ਸੋਮਵਾਰ ਤੋਂ 4 ਰੋਜ਼ਾ ਭਾਰਤ ਦੌਰੇ ਤੇ ਆ ਚੁੱਕਾ ਹੈ। ਅਮਰੀਕੀ ਵਫਦ ਦੀ ਅਗਵਾਈ ਦੱਖਣੀ ਅਤੇ ਕੇਂਦਰੀ ਏਸ਼ੀਆਈ ਮਾਮਲਿਆਂ ਬਾਰੇ ਸਹਾਇਕ ਸਕੱਤਰ ਡੋਨਾਲਡ ਰੂ ਕਰ ਰਹੇ ਨੇ। ਵਿਦੇਸ਼ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਿਕ ਅਮਰੀਕਾ ਭਾਰਤ 2+2 ਅੰਤਰ ਇਜਲਾਸੀ ਮੀਟਿੰਗ ਅਤੇ ਸਾਗਰੀ ਸੁਰੱਖਿਆ ਸੰਵਾਦ ਵਿੱਚ ਲੂ ਦੇ ਨਾਲ ਡਿਪਟੀ ਸਹਾਇਕ ਸਕੱਤਰ ਕੈਮਲੀ ਡਾਇਸਨ ਸ਼ਾਮਿਲ ਨੇ। ਦੱਖਣੀ ਕੋਰੀਆ ਵਿੱਚ ਭਿਆਨਕ ਚੱਕਰਵਾਤੀ ਤੂਫਾਨ ਹਿਨਮਨੋਰ ਦਾ ਖਤਰਾ ਮੰਡਰਾ ਰਿਹਾ ਹੈ। ਇਸ ਗੰਭੀਰ ਚੱਕਰਵਾਤੀ ਤੂਫਾਨ ਦੇ ਮੱਦੇਨਜ਼ਰ ਸਰਕਾਰ ਨੇ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਣ ਲਈ ਉਡਾਣਾਂ ਨੂੰ ਰੱਦ ਕਰਨ ਤੋਂ ਇਲਾਵਾ ਕੁਝ ਕਾਰੋਬਾਰੀ ਸੰਚਾਲਨ ਅਤੇ ਸਕੂਲ ਬੰਦ ਕਰ ਦਿੱਤੇ ਹਨ। ਦੇਸ਼ ਵਿੱਚ ਉੱਚ ਪੱਧਰੀ ਅਲਰਟ ਘੋਸ਼ਿਤ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਹਿਨਾਮਨੋਰ ਤੂਫਾਨ ਤੋਂ ਪਹਿਲਾਂ ਦੇਸ਼ ਦੇ ਕਈ ਹਿੱਸਿਆਂ ਵਿੱਚ 24 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ ਦੱਖਣੀ ਹਿੱਸੇ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ। ਹਿਨਾਮੋਰ ਦੇ ਮੰਗਲਵਾਰ ਤੜਕੇ ਬੁਸਾਨ ਦੇ ਬੰਦਰਗਾਹ ਸ਼ਹਿਰ ਦੇ ਦੱਖਣ ਪੱਛਮ ਵਿੱਚ ਲੈਂਡਫਾਲ ਕਰਨ ਦੀ ਉਮੀਦ ਹੈ। ਰਾਸ਼ਟਰਪਤੀ ਯੂਨ ਸੁਕ ਯੇਲ ਨੇ ਸੋਮਵਾਰ ਨੂੰ ਕਿਹਾ ਕਿ ਉਹ ਐਮਰਜੈਂਸੀ ਸਟੈਂਡ ਬਾਏ ਤੇ ਸਨ। ਉਹਨਾਂ ਕਿਹਾ ਕਿ ਸਥਿਤੀ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਪਹਿਲਾਂ ਹੀ ਆਦੇਸ਼ ਦਿੱਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਇਸ ਤੇਜ਼ ਤੂਫਾਨ ਕਾਰਨ ਘੱਟ ਤੋਂ ਘੱਟ ਨੁਕਸਾਨ ਹੋਵੇ।
ਕੋਰੀਆ ਮੌਸਮ ਪ੍ਰਸ਼ਾਸਨ KMA ਨੇ ਕਿਹਾ, ਤੂਫਾਨ ਦੇ ਕਾਰਨ ਮੰਗਲਵਾਰ ਤੋਂ ਦੇਸ਼ ਭਰ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਨਾਲ ਹੀ ਤੱਟਵਰਤੀ ਖੇਤਰ ਵਿੱਚ ਉੱਚੀਆਂ ਲਹਿਰਾਂ ਦੀ ਸੰਭਾਵਨਾ ਹੈ। KMA ਮੁਤਾਬਿਕ ਤੂਫਾਨ ਹਿਨਮਨੋਰ ਉੱਤਰ ਪੂਰਬੀ ਜਾਪਾਨ ਵਿੱਚ ਸਾਪੋਰੋ ਵੱਲ ਵਧ ਰਿਹਾ ਹੈ। ਦੱਖਣੀ ਕੋਰੀਆ ਨੇ ਇਸ ਤੂਫਾਨ ਨੂੰ 4 ਸ਼੍ਰੇਣੀਆਂ ਵਿੱਚ ਵੰਡਿਆ ਹੈ: ਸਾਧਾਰਨ, ਮਜ਼ਬੂਤ, ਬਹੁਤ ਮਜ਼ਬੂਤ ਅਤੇ ਸੁਪਰ ਮਜ਼ਬੂਤ। ਅਤੇ ਦੱਖਣੀ ਕੋਰੀਆ ਪਹੁੰਚ ਕੇ ਇਹ ਤੂਫਾਨ ਬਹੁਤ ਭਿਆਨਕ ਰੂਪ ਧਾਰਨ ਕਰ ਲਵੇਗਾ। ਜਾਣਕਾਰੀ ਮੁਤਾਬਿਕ ਦੱਖਣੀ ਕੋਰੀਆ ਵਿੱਚ ਹਵਾ ਦੀ ਰਫ਼ਤਾਰ 53 ਮੀਟਰ ਪ੍ਰਤੀ ਸੈਕਿੰਡ ਤੱਕ ਰਹਿਣ ਦੀ ਸੰਭਾਵਨਾ ਹੈ। ਤੂਫਾਨ ਨਾਲ ਨਜਿੱਠਣ ਲਈ ਗਵਾਂਗੰਜੂ, ਬੁਸਾਨ, ਡੇਗੂ ਅਤੇ ਉਲਸਾਨ ਸਮੇਤ ਦੱਖਣੀ ਸ਼ਹਿਰਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ। ਕੇਂਦਰੀ ਆਫਤ ਅਤੇ ਸੁਰੱਖਿਆ ਪ੍ਰਤੀਰੋਧੀ ਹੈੱਡਕੁਆਰਟਰ ਨੇ ਐਤਵਾਰ ਨੂੰ 5 ਪਿਛਲੇ ਸਾਲਾਂ ਵਿੱਚ ਪਹਿਲੀ ਵਾਰ ਚੱਕਰਵਾਤ ਚੇਤਾਵਨੀ ਪੱਧਰ ਨੂੰ ਵਧਾ ਕੇ 4 ਕਰ ਦਿੱਤਾ ਹੈ। ਦੱਸ ਦਈਏ ਕਿ ਬੁਸਾਨ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀਕਐਂਡ ਤੇ ਬਾਰਿਸ਼ ਹੋਈ ਹੈ। ਹਾਲਾਂਕਿ ਸੋਮਵਾਰ ਅਤੇ ਮੰਗਲਵਾਰ ਨੂੰ ਦੇਸ਼ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਦੇ ਨਾਲ ਹੀ ਹੁਣ ਤੱਕ 100 ਤੋਂ ਵੱਧ ਲੋਕਾਂ ਨੂੰ ਖਤਰੇ ਵਾਲੇ ਸਥਾਨਾਂ ਤੋਂ ਬਾਹਰ ਕੱਢਿਆ ਗਿਆ ਹੈ। ਅਧਿਆਪਕ ਦਿਵਸ ਦੇ ਮੌਕੇ ਤੇ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਵੱਡਾ ਤੋਹਫਾ ਦਿੰਦਿਆਂ ਪੰਜਾਬ ਦੇ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ 7ਵਾਂ ਪੇ ਸਕੇਲ ਲਾਗੂ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੰਦਿਆਂ ਹੋਇਆਂ ਅਧਿਆਪਕਾਂ ਲਈ 3 ਵੱਡੇ ਐਲਾਨ ਕੀਤੇ ਹਨ। ਪਹਿਲੇ ਐਲਾਨ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਗੈਸਟ ਫੈਕਲਟੀ ਅਧਿਆਪਕ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਦੂਜੇ ਐਲਾਨ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਦੇ ਸਾਰੇ ਕਾਲਜਾਂ ਯੂਨੀਵਰਸਿਟੀਆਂ ਵਿੱਚ UGC ਦੇ 7ਵੇਂ ਪੇ ਕਮਿਸ਼ਨ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸ ਦੀਆਂ ਸਾਰੀਆਂ ਸ਼ਰਤਾਂ ਲਾਗੂ ਹੋਣਗੀਆਂ। ਇਹ ਪੇ ਕਮਿਸ਼ਨ 1 ਅਕਤੂਬਰ 2022 ਤੋਂ ਲਾਗੂ ਹੋਵੇਗਾ। ਤੀਜੇ ਐਲਾਨ ਵਿੱਚ ਆਖਿਆ ਗਿਆ ਕਿ ਜਿਹੜੇ ਗੈਸਟ ਫੈਕਲਟੀ ਅਧਿਆਪਕ ਪਿਛਲੇ 18-20 ਸਾਲਾਂ ਤੋਂ ਪੜ੍ਹਾ ਰਹੇ ਨੇ, ਉਹਨਾਂ ਦੇ ਮਾਨ ਸਨਮਾਨ ਅਤੇ ਭੱਤੇ ਵਿੱਚ ਵਾਧਾ ਕੀਤਾ ਜਾਵੇਗਾ। ਇਹਨਾਂ ਸਾਰਿਆਂ ਦਾ ਨੋਟੀਫਿਕੇਸ਼ਨ ਬਹੁਤ ਜਲਦੀ ਜਾਰੀ ਕਰ ਦਿੱਤਾ ਜਾਵੇਗਾ। ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਧਿਆਪਕ ਕੌਮ ਦੇ ਨਿਰਮਾਤਾ ਹਨ। ਪੰਜਾਬ ਦਾ ਭਵਿੱਖ ਅਤੇ ਨੀਹਾਂ ਮਜ਼ਬੂਤ ਕਰਨ ਵਿੱਚ ਅਧਿਆਪਕ ਅਹਿਮ ਯੋਗਦਾਨ ਪਾ ਰਹੇ ਹਨ। ਲਿਹਾਜ਼ਾ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਰੀਬ 1200 ਕਰੋੜ ਰੁਪਏ ਸਾਲਾਨਾ ਦੀ ਬਿਜਲੀ ਚੋਰੀ ਰੋਕਣ ਲਈ ਪੰਜਾਬ ਸਰਕਾਰ ਨੇ ਫਿਰ ਸਮਾਰਟ ਬਿਜਲੀ ਮੀਟਰ ਲਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਵਾਰ ਸਮਾਰਟ ਮੀਟਰ ਲਾਉਣ ਦੀ ਸ਼ੁਰੂਆਤ ਸਰਕਾਰੀ ਦਫ਼ਤਰਾਂ ਅਤੇ ਸਰਕਾਰੀ ਕਰਮਚਾਰੀਆਂ ਦੇ ਘਰਾਂ ਤੋਂ ਕੀਤੀ ਗਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਹ ਕੰਮ ਹਰ ਹਾਲ ਵਿੱਚ ਆਉਣ ਵਾਲੀ 15 ਸਤੰਬਰ ਤੱਕ ਮੁਕੰਮਲ ਕਰਨ ਦੀ ਸਖਤ ਹਿਦਾਇਤ ਕੀਤੀ ਹੈ ਅਤੇ ਇਸ ਸੰਬੰਧੀ ਬਕਾਇਦਾ ਸਰਕਾਰੀ ਪੱਤਰ ਵੀ ਜਾਰੀ ਕੀਤਾ ਹੈ। ਸੂਤਰਾਂ ਅਨੁਸਾਰ ਇਸ ਤੋਂ ਬਾਅਦ ਵਪਾਰਕ ਅਦਾਰਿਆਂ ਅਤੇ ਫਿਰ ਘਰੇਲੂ ਖਪਤਕਾਰਾਂ ਨੂੰ ਵੀ ਸਮਾਰਟ ਮੀਟਰ ਯੋਜਨਾ ਵਿੱਚ ਸ਼ਾਮਿਲ ਕੀਤਾ ਜਾਵੇਗਾ। 5 ਮਹੀਨੇ ਪਹਿਲਾਂ ਵੀ ਕੇਂਦਰ ਸਰਕਾਰ ਦੀਆਂ ਹਦਾਇਤਾਂ ਤੇ ਬਿਜਲੀ ਚੋਰੀ ਰੋਕਣ ਲਈ ਸਮਾਰਟ ਮੀਟਰ ਲਾਉਣ ਲਈ ਕਿਹਾ ਗਿਆ ਸੀ। ਇਹਨਾਂ ਸਮਾਰਟ ਬਿਜਲੀ ਮੀਟਰਾਂ ਨੂੰ ਪ੍ਰੀਪੇਡ ਬਿਜਲੀ ਮੀਟਰਾਂ ਵਜੋਂ ਚਲਾਇਆ ਜਾਣਾ ਸੀ, ਪਰ ਪੰਜਾਬ ਦੇ ਕਿਸਾਨਾਂ ਨੇ ਇਸ ਦਾ ਵਿਰੋਧ ਕਰ ਦਿੱਤਾ ਅਤੇ ਸੰਘਰਸ਼ ਦੀ ਚੇਤਾਵਨੀ ਦਿੱਤੀ। ਉਹਨਾਂ ਦਿਹਾਤੀ ਖੇਤਰਾਂ ਵਿੱਚ ਸਮਾਰਟ ਬਿਜਲੀ ਮੀਟਰ ਲਾਉਣ ਵਾਲੇ ਕਰਮਚਾਰੀਆਂ ਦਾ ਵਿਰੋਧ ਕਰਨ ਦਾ ਵੀ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸਧਾਰਨ ਬਿਜਲੀ ਮੀਟਰ ਦੀ ਕੀਮਤ 1500 ਰੁਪਏ ਤੱਕ ਹੈ, ਜਦਕਿ ਸਮਾਰਟ ਬਿਜਲੀ ਮੀਟਰ ਦੀ ਕੀਮਤ 7000 ਰੁਪਏ ਤੱਕ ਸੀ। ਕਿਸਾਨਾਂ ਦੇ ਵਿਰੋਧ ਕਾਰਨ ਪੰਜਾਬ ਸਰਕਾਰ ਨੂੰ ਸਮਾਰਟ ਬਿਜਲੀ ਮੀਟਰ ਲਾਉਣ ਦਾ ਫੈਸਲਾ ਵਾਪਸ ਲੈਣਾ ਪਿਆ। ਇਸ ਦੇ ਬਾਵਜੂਦ 85000 ਬਿਜਲੀ ਦੇ ਸਮਾਰਟ ਮੀਟਰ ਲਾ ਦਿੱਤੇ ਗਏ, ਪਰ ਉਹਨਾਂ ਨੂੰ ਪ੍ਰੀਪੇਡ ਬਿਜਲੀ ਮੀਟਰ ਵਿੱਚ ਤਬਦੀਲ ਨਹੀਂ ਕੀਤਾ ਜਾ ਸਕਿਆ ਸੀ। ਪਰ ਉਦੋਂ ਕੇਂਦਰ ਸਰਕਾਰ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜੇਕਰ ਪੰਜਾਬ ਵਿੱਚ ਸਮਾਰਟ ਬਿਜਲੀ ਮੀਟਰ ਨਾ ਲਾਏ ਗਏ ਤਾਂ ਕੇਂਦਰ ਸਰਕਾਰ ਨੂੰ ਬਿਜਲੀ ਸੁਧਾਰਾਂ ਲਈ ਫੰਡ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੱਤਾ 'ਚ ਆਉਣ ਤੋਂ ਬਾਅਦ ਕਿਹਾ ਕਿ ਬਿਜਲੀ ਚੋਰੀ ਨੂੰ ਹਰ ਹਾਲ ਵਿੱਚ ਰੋਕਿਆ ਜਾਵੇ। ਇਸੇ ਕਾਰਨ ਬਿਜਲੀ ਨਿਗਮ ਦੀਆਂ ਵੱਖ-ਵੱਖ ਟੀਮਾਂ ਨੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਸੀ ਅਤੇ ਬਿਜਲੀ ਚੋਰੀ ਦੇ ਅਨੇਕਾਂ ਮਾਮਲੇ ਫੜੇ ਸਨ ਅਤੇ ਕਈ ਕਰੋੜ ਦਾ ਜੁਰਮਾਨਾ ਵਸੂਲਿਆ ਸੀ। ਬਿਜਲੀ ਚੋਰੀ ਕਰਨ ਵਾਲਿਆਂ ਵਿੱਚ ਧਾਰਮਿਕ ਡੇਰੇ, ਪੁਲਿਸ ਥਾਣੇ, ਪੁਲਿਸ ਕਰਮਚਾਰੀਆਂ ਦੇ ਕੁਆਟਰ ਆਦਿ ਸ਼ਾਮਿਲ ਸਨ। ਸਰਕਾਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕਰੀਬ 1200 ਕਰੋੜ ਰੁਪਏ ਦੀ ਸਾਲਾਨਾ ਬਿਜਲੀ ਚੋਰੀ ਹੁੰਦੀ ਹੈ, ਜੋ ਰੋਜ਼ਾਨਾ 3.25 ਕਰੋੜ ਰੁਪਏ ਦੀ ਬਿਜਲੀ ਚੋਰੀ ਬਣਦੀ ਹੈ। ਬਿਜਲੀ ਚੋਰੀ ਵਿੱਚ 700 ਕਰੋੜ ਰੁਪਏ ਦੀ ਬਿਜਲੀ ਚੋਰੀ ਸ਼ਹਿਰੀ ਖੇਤਰਾਂ ਵਿੱਚ ਅਤੇ 500 ਕਰੋੜ ਰੁਪਏ ਦੀ ਬਿਜਲੀ ਚੋਰੀ ਦਿਹਾਤੀ ਖੇਤਰ ਵਿੱਚ ਚੋਰੀ ਹੁੰਦੀ ਹੈ। ਬਿਜਲੀ ਚੋਰੀ ਵਿੱਚ ਤਰਨਤਾਰਨ ਜ਼ਿਲ੍ਹਾ ਬਿਜਲੀ ਨਿਗਮ ਦੀ ਹਿੱਟ ਲਿਸਟ ਵਿੱਚ ਸੀ, ਜਿੱਥੇ ਸਾਲਾਨਾ 300 ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਚੋਰੀ ਹੁੰਦੀ ਹੈ। ਭਾਵ ਕੁੱਲ ਬਿਜਲੀ ਚੋਰੀ ਦੀ
25% ਤਰਨਤਾਰਨ ਵਿੱਚ ਹੁੰਦੀ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਖੇਤਰ ਦਾ ਨੰਬਰ ਆਉਂਦਾ ਹੈ, ਜਿੱਥੇ ਸਾਲਾਨਾ 175 ਕਰੋੜ ਦੀ ਬਿਜਲੀ ਚੋਰੀ ਹੁੰਦੀ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹਾ ਸੰਗਰੂਰ ਅਤੇ ਬਠਿੰਡਾ ਦਾ ਨੰਬਰ ਆਉਂਦਾ ਹੈ। PSPCL ਵੱਲੋਂ ਜਾਰੀ ਬਿਜਲੀ ਬੋਰਡਾਂ ਨੂੰ ਜਾਰੀ ਕੀਤੀ ਸਰਕਾਰੀ ਪੱਤਰ ਵਿੱਚ ਕਿਹਾ ਗਿਆ ਕਿ ਸੰਬੰਧਿਤ ਬਿਜਲੀ ਬੋਰਡਾਂ ਦੇ ਜਿੰਨੇ ਵੀ ਸਰਕਾਰੀ ਦਫ਼ਤਰ ਹਨ, ਸਰਕਾਰੀ ਕੁਆਟਰਾਂ ਅਤੇ ਸਰਕਾਰੀ ਕਰਮਚਾਰੀਆਂ ਦੇ ਘਰ ਹਨ, ਉਹਨਾਂ ਦੇ ਸਮਾਰਟ ਮੀਟਰ ਪਹਿਲ ਦੇ ਆਧਾਰ ਤੇ ਲਾਏ ਜਾਣ। ਪੱਤਰ ਅਨੁਸਾਰ ਸਮਾਰਟ ਬਿਜਲੀ ਮੀਟਰ ਹਰ ਹਾਲ ਵਿੱਚ 15 ਸਤੰਬਰ ਤੱਕ ਲਾਏ ਜਾ ਸਕਣਗੇ। ਇਸ ਦੀ ਸੂਚਨਾ ਵਾਪਸ ਦਿੱਤੀ ਜਾਵੇ ਅਤੇ ਇਹਨਾਂ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਗੌਰਤਲਬ ਹੈ ਕਿ ਪੰਜਾਬ ਵਿੱਚ ਬਿਜਲੀ ਦੇ ਕੁੱਲ 74 ਲੱਖ ਖਪਤਕਾਰ ਹਨ, ਜਦਕਿ ਸਰਕਾਰੀ ਕਰਮਚਾਰੀਆਂ ਦੀ ਗਿਣਤੀ 3.13 ਲੱਖ ਹੈ। ਉੱਥੇ ਹੀ ਸੂਬੇ ਵਿੱਚ ਸਰਕਾਰੀ ਦਫ਼ਤਰਾਂ ਦੀ ਗਿਣਤੀ 5000 ਤੋਂ ਵੱਧ ਹੈ ਅਤੇ ਕਈ ਥਾਵਾਂ ਤੇ ਇੱਕ ਛੱਤ ਹੇਠ ਕਈ ਦਫ਼ਤਰ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰੀ ਕਰਮਚਾਰੀਆਂ ਤੋਂ ਬਾਅਦ ਸੇਵਾ ਮੁਕਤ ਮੁਲਾਜ਼ਮਾਂ, ਵਪਾਰੀ ਤੇ ਹੋਰ ਲੋਕਾਂ ਦੇ ਘਰਾਂ ਵਿੱਚ ਸਮਾਰਟ ਬਿਜਲੀ ਮੀਟਰ ਲਗਾਏ ਜਾਣਗੇ, ਪਰ ਕਿਸਾਨਾਂ ਦੇ ਘਰਾਂ ਦੀ ਕੀ ਸਥਿਤੀ ਰਹੇਗੀ, ਇਸ ਦੀ ਜਾਣਕਾਰੀ ਅਜੇ ਨਿਗਮ ਨੂੰ ਵੀ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਸੋਮਵਾਰ ਨੂੰ ਵਧਾਈ ਦਿੱਤੀ ਅਤੇ ਸਾਬਕਾ ਰਾਸ਼ਟਰਪਤੀ S ਰਾਧਾ ਕ੍ਰਿਸ਼ਨਨ ਦੀ ਜਯੰਤੀ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ਅਧਿਆਪਕ ਦਿਵਸ ਤੇ ਵਧਾਈ, ਖਾਸ ਤੌਰ ਤੇ ਬੱਚਿਆਂ ਵਿੱਚ ਸਿੱਖਿਆ ਪ੍ਰਤੀ ਰੁਝਾਨ ਪੈਦਾ ਕਰਨ ਵਾਲੇ ਮਿਹਨਤੀ ਅਧਿਆਪਕਾਂ ਨੂੰ। ਮੈਂ ਸਾਡੇ ਸਾਬਕਾ ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨਨ ਦੀ ਜਯੰਤੀ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੰਦਾ। ਦੱਸ ਦਈਏ ਕਿ ਰਾਧਾ ਕ੍ਰਿਸ਼ਨਨ 5 ਸਤੰਬਰ 1888 ਨੂੰ ਤਾਮਿਲਨਾਡੂ ਵਿੱਚ ਜਨਮੇ ਸਨ। ਡਾਕਟਰ ਰਾਧਾ ਕ੍ਰਿਸ਼ਨਨ ਨੂੰ ਭਾਰਤੀ ਸੱਭਿਆਚਾਰ ਦੇ ਸੰਚਾਲਕ, ਉੱਘੇ ਸਿੱਖਿਆ ਸ਼ਾਸਤਰੀ ਅਤੇ ਮਹਾਨ ਦਾਰਸ਼ਨਿਕ ਵਜੋਂ ਜਾਣੇ ਜਾਂਦੇ ਹਨ ਅਤੇ ਉਹਨਾਂ ਦੇ ਸਨਮਾਨ ਵਿੱਚ ਇਸ ਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਸਨ ਅੱਜ ਦੇ ਮੁੱਖ ਸਮਾਚਾਰ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।